19ਵੀਂ पौड़ी च महाराज गुरु नानक देव जी बख्शिश कर रहे ने। सिद्धां ने बेनती की है, महाराज वो वाहिगुरु जो परमात्मा सर्वव्यापक परिपूर्ण है, ਉਹਦੇ नाम किन्ने क ने ਅਤੇ ਉਹਦੇ ਮੰਨਤਾ ਕਰਨ ਵਾਲੇ ਕਿੰਨੇ ਕੁ ਥਾਂ ਨੇ, ਇਹਨਾਂ ਦਾ ਕੋਈ ਅੰਤ ਹੈ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਣ ਲੱਗੇ, ਅਸੰਖ ਨਾਵ। ਕੱਲ ਵੀ ਬੇਨਤੀ ਕੀਤੀ ਸੀ ਕਿ 10, 20, 100, 1000, ਲੱਖ, ਕਰੋੜ, ਅਰਬ, ਖਰਬ, ਨਰਬ ਔਰ ਇਸੇ ਪ੍ਰਕਾਰ ਨੀਲ, ਪਦਮ, ਸੰਖ ਤੱਕ ਗਿਣਤੀ ਜਾਂਦੀ ਹੈ। ਜਦੋਂ ਗਿਣਤੀ ਸੰਖ ਤੇ ਚਲੀ ਜਾਂਦੀ ਹੈ ਉੱਥੇ ਮੁੱਕ ਜਾਂਦੀ ਤੇ ਅਸੰਖ ਲੱਗ ਜਾਂਦਾ ਅੱਖਰ। ਉਦੋਂ ਅਸੰਖ ਦਾ ਮਤਲਬ ਹੈ ਅਣਗਿਣਤ ਨਾਮ। ਵਾਹਿਗੁਰੂ ਦੇ ਅਣਗਿਣਤੀ ਨਾਮ ਨੇ, ਅਣਗਿਣਤੀ ਬੰਦੇ ਜਪਣ ਵਾਲੇ ਨੇ, ਕਿਉਂਕਿ ਅਸਲ ਵਿੱਚ ਵਾਹਿਗੁਰੂ ਦਾ ਮੁੱਖ ਜਿਹੜਾ ਵਿਸ਼ਾ ਹੈ ਉਹ ਕਿਸ ਤਰ੍ਹਾਂ ਦਾ ਹੈ? ਮਹਾਰਾਜ ਕਹਿੰਦੇ ਨੇ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਅਪਾਰ ਪਾਰਾਵਾਰ ਤੋਂ ਰਹਿ ਜੋ ਪਰਮਾਤਮਾ ਹੈ, ਉਹਦਾ ਨਾਮ ਜਿਨ੍ਹਾਂ ਨੇ ਭਾਖਿਆ ਤੋਂ ਭਾਵ ਉਚਾਰਨ ਕੀਤਾ, ਭਾਵ ਪ੍ਰੇਮ ਨਾਲ। ਹੁਣ ਪ੍ਰੇਮ ਨਾਲ ਕਈਆਂ ਨੇ ਪਰਮਾਤਮਾ ਦਾ ਕੋਈ ਨਾਮ ਲਿਆ, ਕਿਸੇ ਨੇ ਕੋਈ ਨਾਮ ਲਿਆ, ਕਿਸੇ ਨੇ ਕੋਈ ਨਾਮ ਲਿਆ। ਅਸਲ ਵਿੱਚ ਪਰਮਾਤਮਾ ਮੁੱਖ ਦੀ ਆਵਾਜ਼ ਤਾਂ ਸਰਵਣ ਕਰਦੇ ਹੀ ਨੇ, ਪਰ ਦਿਲ ਦੀ ਭਾਵਨਾ ਨੂੰ ਪਹਿਲਾਂ ਲੈਂਦੇ ਨੇ ਕਿ ਦਿਲ ਦੇ ਅੰਦਰ ਦੀ ਭਾਵਨਾ ਕਿੰਨੀ ਤੀਬਰਤਾ ਵਾਲੀ ਹੈ, ਕਿੰਨਾ ਪਿਆਰ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਮ ਤਾਂ ਪਈ ਉਹਦੇ ਅਣਗਿਣਤੀ ਨੇ, ਅਸੰਖ ਥਾਵ। ਹੁਣ ਕਈ ਲੋਕ ਕਿਸੇ ਥਾਂ ਤੇ ਮੰਨਦੇ, ਕੋਈ ਮੰਦਰਾਂ 'ਚ ਮੰਨਦਾ, ਕੋਈ ਮਸੀਤਾਂ 'ਚ, ਕੋਈ ਗੁਰੂ ਘਰਾਂ ਦੇ ਵਿੱਚ ਮੰਨਦਾ, ਚਰਚਾਂ ਦੇ ਵਿੱਚ ਲੋਕੀ ਗੌਡ ਕਹਿੰਦੇ ਨੇ, ਉਹਨੂੰ ਨਾਮ ਵੀ ਵੱਖਰੇ ਲੈਂਦੇ ਨੇ। ਉਹਦੇ ਤਰ੍ਹਾਂ ਤਰ੍ਹਾਂ ਦੇ ਨਾਮ ਨੇ, ਅਲੱਗ-ਅਲੱਗ ਥਾਂ ਨੇ। ਇਹ ਸਾਰੀ ਧਰਤੀ ਦੇ ਉੱਤੇ ਜੀਵ ਮਮਤਾ ਪਾ ਕੇ ਬੈਠੇ ਨੇ, ਮੇਰਾ ਘਰ ਹੈ, ਮੇਰਾ ਘਰ ਹੈ। ਪਰ ਅਸਲ ਵਿੱਚ ਉਹਦੀ ਮਿਹਰ ਨਾਲ ਹੀ ਆਪਾਂ ਬੈਠੇ ਹਾਂ ਆਪਣੇ ਘਰਾਂ ਦੇ ਵਿੱਚ, ਨਹੀਂ ਤਾਂ ਇਹ ਧਰਤੀ ਸਾਰੀ ਪਰਮਾਤਮਾ ਦੀ ਹੈ। ਕਬੀਰ ਸਗਲੀ ਧਰਤੀ ਸਾਧ ਕੀ, ਸਾਰੀ ਧਰਤੀ ਨਾਮ ਜਪਣ ਲਈ, ਸਾਧ ਸੰਗਤ ਲਈ, ਸਾਧੂਆਂ ਮਹਾਤਮਾ ਲਈ ਬਣਾਈ। ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਤੇ ਆਏ ਸਦਾ ਮਨ ਅੰਦਰ। ਜਿਹੜੇ ਆਪਣੇ ਕੋਲ ਘਰ ਦਿੱਤੇ ਹੋਏ ਨੇ ਵਾਹਿਗੁਰੂ ਨੇ, ਸਾਰੇ ਵਾਹਿਗੁਰੂ ਦੇ ਘਰ ਨੇ। ਸਰੀਰ ਰੂਪ ਘਰ ਵੀ ਵਾਹਿਗੁਰੂ ਦਾ ਹੀ ਬਖਸ਼ਿਆ ਹੋਇਆ ਹੈ, ਅਤੇ ਸਰੀਰ ਰੂਪ ਘਰ ਵਿੱਚ ਵਾਹਿਗੁਰੂ ਆਪ ਹੀ ਬੈਠੇ ਨੇ। ਅਤੇ ਸਰੀਰ ਦਾ ਇੱਕ ਨਾਂ ਰੱਖਿਆ ਹੋਇਆ ਹੈ, ਉਸ ਨਾਂ ਦੀ ਹਉਮੈ ਵਿੱਚ ਜੀਵ ਹੈ। ਤੂੰ ਮੈਨੂੰ ਜਾਣਦਾ ਨਹੀਂ, ਮੇਰਾ ਕੀ ਨਾਂ ਹੈ? ਇਸੇ ਹਉਮੈ ਵਿੱਚ ਹੈ ਜੀਵ। ਵਾਸਤਵ ਦੇ ਵਿੱਚ ਮਹਾਰਾਜ ਕਹਿੰਦੇ ਨੇ ਅਸੰਖ, ਅਣਗਿਣਤੀ ਨਾਂ ਨੇ, ਅਣਗਿਣਤੀ ਥਾਂ ਨੇ ਪਰਮਾਤਮਾ ਦੇ। ਜਿਵੇਂ ਸ਼ੇਸ਼ ਨਾਗ ਬਾਰੇ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ, ਸ਼ੇਸ਼ ਨਾਗ ਸਿਰ ਸਹਸ ਬਨਾਈ, 1000 ਤਾਂ ਸਿਰ ਹੀ ਆ ਉਹਦਾ। ਦਵੈਸ ਹੰਸ ਰਸਨਾ ਸੁਹਾਈ, 2000 ਉਹਦੀ ਜ਼ੁਬਾਨ ਹੋ ਗਈ। ਰੜਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਇੰਨੇ ਉਹਦੇ ਨਾਮ ਨੇ। ਤੋ ਸਰਬ ਨਾਮ ਕਥਾ ਕਵਨ ਕਰਮ ਨਾਮ ਮਰਨ ਸੁਮਤ। ਅਗੰਮ ਅਗੰਮ ਅਸੰਖ ਲੋਹ, ਲੋਹ ਤੋਂ ਭਾਵ ਪ੍ਰਕਾਸ਼। ਉਹ ਜੋ ਲੋਹ ਤੋਂ ਭਾਵ ਪ੍ਰਕਾਸ਼ ਰੂਪ ਪਰਮਾਤਮਾ ਮਨ ਕਰਕੇ ਅਗੰਮ ਹੈ, ਤਨ ਕਰਕੇ ਅਗੰਮ ਹੈ, ਸਰੀਰ ਕਰਕੇ ਵੀ, ਬਾਣੀ ਕਰਕੇ ਵੀ ਉਹ ਅਸੰਖ ਹੈ। ਕਿਉਂਕਿ ਮਨ, ਬਾਣੀ, ਸਰੀਰ ਦੀ ਗਮਤਾ ਹੁੰਦੀ ਪਹੁੰਚ, ਪਰਮਾਤਮਾ ਜੀ ਪਹੁੰਚ ਤੋਂ ਪਰੇ ਆਪਣੀ ਤੋਂ। ਕਿਉਂਕਿ ਮਨੁੱਖ ਨੂੰ ਆਪਣੀ ਬੁੱਧੀ ਤੇ ਇਸ ਤਰ੍ਹਾਂ ਮਾਣ ਹੈ, ਜਿਵੇਂ ਇੱਕ ਗਲਾਸ ਵਿੱਚ ਪਾਣੀ ਭਰ ਦਈਏ ਪੂਰਾ ਨੱਕੋ ਨੱਕ, ਤੇ ਉਹ ਬੰਦਾ ਕਹੇਗਾ ਕਿ ਗਲਾਸ ਕਹੇਗਾ ਇਸ ਤੋਂ ਵੱਧ ਪਾਣੀ ਨਹੀਂ ਦੁਨੀਆ 'ਚ ਕਿਤੇ ਹੋ ਸਕਦਾ, ਕਿਉਂਕਿ ਗਲਾਸ ਦਾ ਆਕਾਰ ਹੀ ਉਨਾ ਕੁ ਹੈ।
पर जदों ਉਹਨੂੰ ਗਲਾਸ ਨੂੰ ਸਮੁੰਦਰ ਕੋਲ ਲਿਆਈਏ ਤੇ ਦੇਖ ਕੇ ਕਹਿਣਾ ਵੀ ਇੰਨਾ ਪਾਣੀ। ਮਨੁੱਖ ਦੀ ਬੁੱਧੀ ਤਾਂ ਇੱਕ ਚਮਚੇ ਦੇ ਪਾਣੀ ਜਿੰਨੀ ਹੈ, अथवा एक बूंद जिन्नी ला लो बस। ते हंकार समुंदर जिड्डा, बुद्धि बूंद जिड्डी है। सो इसे करके वाहिगुरु के दर्शन नहीं हुंदे, क्योंकि मनुख नूं बुद्धि दी हौमे बहुत ज्यादा। 84 लाख जून दे विच बुद्धि जिहड़ी है सिर्फ मनुख नूं दित्ती परमात्मा ने। इसे करके इहनूं अपने मन दे अंदर हौमे ही बड़ी रहिंदी है कि मैं हाँ। ਜਦੋਂ कि सतगुरु महाराज सच्चे पातशाह ਨੂੰ देख के सानू समझ जाना चाहिए कि समुंदर स्वरूप अकाल पुरख वाहिगुरु ਹਨ। सो प्रकाश रूप परमात्मा पिछे भी अगम सी, हुण भी अगम है, अगे आउण वाले समय विच भी उन्हें अगम ही होना, असंख, क्योंकि असंख ही होना उन्हें, अणगिणत वाहिगुरु है। महाराज सच्चे पातशाह कहते ने एक गम हुंदा खौफ, खौफ तो रहत है परमात्मा। सो इस करके बेअंत रूप करके कथन करते हैं परमात्मा नूं। बहुत ही ज्यादा डूंघाई च नहीं जाना, सिर्फ साधारण तौर पर इन्नी क गल समझ लैनी। बाणी पढ़दे आ, जपजी साहब का पाठ करदे आ कि अणगिणत जाप ने, उहदे अगिणत नाम ने, अगिणत थां ने, असंख कह सिर भार होए। ਇਹਦੇ ਵਿੱਚ ਦੋ ਵਿਚਾਰਾਂ ਕਰਦੇ ਨੇ ਵਿਦਵਾਨ। ਇੱਕ ਤਾਂ ਉਹ ਕਿ ਅਣਗਿਣਤ ਕਹਿਣਾ ਵੀ ਜਿਹੜਾ ਨਾ, ਉਹ ਵੀ ਪਾਪਾਂ ਦਾ ਬੋਝ ਸਿਰ ਤੇ ਆਉਂਦਾ, ਕਿਉਂਕਿ ਪ੍ਰਮਾਤਮਾ ਗਿਣਤੀ ਤੋਂ ਬਾਹਰ ਹੈ। ਗਿਣਤੀ ਕਰਦਿਆਂ ਕਰਦਿਆਂ ਜਦੋਂ ਆਦਮੀ ਰੁਕ ਜਾਂਦਾ ਨਾ, ਤਾਂ ਕਹਿੰਦਾ ਅਣਗਿਣਤ। ਗਿਣਤੀ ਦੀ ਨਿਗਾਹ ਕਰਕੇ ਅਣਗਿਣਤ ਸ਼ਬਦ ਪੈਦਾ ਹੋਇਆ, ਗਿਣਤੀ ਤੋਂ ਹੀ ਅਣਗਿਣਤ ਪੈਦਾ ਹੋਇਆ। ਹੁਣ ਗਿਣਤੀ ਵੀ ਮਾਇਆ ਵਿੱਚ ਹੈ ਤੇ ਅਣਗਿਣਤ ਅੱਖਰ ਵੀ ਮਾਇਆ ਵਿੱਚ ਹੈ। ਇਸ ਕਰਕੇ ਇਹ ਦੁੰਦਵਾਦ ਹੈ। ਜਿਵੇਂ ਦਿਨ ਹੈ, ਰਾਤ ਹੈ, ਸਵੇਰ ਹੈ, ਸ਼ਾਮ ਹੈ, ਮਨਮੁਖ ਹੈ, ਗੁਰਮੁਖ ਹੈ। ਜੇ ਇੱਕ ਅੱਖਰ ਹੈ, ਇੱਕ ਤਾਂ ਦੋ ਵੀ ਹੈ, ਤਿੰਨ ਵੀ ਹੈ, 100 ਵੀ ਹੈ। परमात्मा एक तो पिछे नूं भी है। परमात्मा इन्हां गिणतियां मिणतियां दे विच नहीं। इस करके कहंदे सिद्धां दी हौमे नूं निवृत्त करन लई कहंदे ने कि अणगिणत कहना भी सिर ते भार चढ़ाउण वाली गल हो जाती है। सो इस करके जे बाणी अंदर महाराज ने उच्चारण किया ना, गजी न मिनिया तोल न तुलिया पाचन शेर अढ़ाई। कहंदे एक बारी लूण की डली किसी ने समुद्र दे विच भेजी, बहुत वड्डा डला लैके रस्से नाल बन के कई मीटर हजारां मीटर लंबा रस्सा लैके कि तू समुद्र का अंत पा किन्ना। जदों भेजिया थल्ले नूं हौली हौली लूण विचे ही खुर गया समुद्र दे। भाव अंत पाउण वाला बंदा जदों परमात्मा का अंत पाउण का यतन करदा है, तू करता तू हुआ मुझ में रहा ना हूं। इस करके महाराज सच्चे पातशाह कहते ने परमात्मा है सर्वात्म है, आत्म बस है जस के जस है। जिहा जिहा परमात्मा वैसा वही है, वाहिगुरु जाने क्यों कैसा। हुण कहंदे ने एक वो ने जिहड़े सिर ते आउं कह के हंकार विच आके भार चक लैंदे ने। असल विच परमात्मा नूं की भाउंदा, निमरता नाल भोले सुभाव नाल अणजाण पुणे विच कोई कुछ कह भी जे जांदा ओहदा इस गल दे उत्ते इतराज नहीं करदे। कहंदे कोई नहीं भोले सुभाव वाला, कहंदा तां भावना नाल गोविंद भाऊ भगत दा भुखा। क्योंकि वह बंदा कहंदा मैं तां जी विद्वान नहीं, कोई विद्या नहीं आउंदी, मैं तां महाराज जी वैसे शरधा नाल ही कहा। कहंदे ये ठीक है मंजूर है, पर एक बंदा अपनी विद्या की हौमे करके कहंदा मैं उहदा अंत पा सकदा हां। वाहिगुरु इन्नी दूर है, इन्नी गिनती इन्नी अगिणत है। सो महाराज कहते हैं जे कोई गिनती द्वारा कोशिश करदा गावे को विद्या विखम विचार, विद्या दे औखे विचारां द्वारा कथन करन दा यतन करदा तदों तो कथन नहीं हो सकदा, क्योंकि उहदे विच भी कोई ना कोई फेर दोष आ जांदा, कोई ना कोई फेर दोष आ जांदा। सो जिन्हां ने कथा सुनी है पंच प्रमाण पौड़ी दी, उहदे विच आया सिद्धां ने कहा धरती होर परै होर होर।
महाराज सच्चे पातशाह ने ਉਹਦੇ फिर दोष गिने सी। चक्र का दोष है, प्रागलोप दोष है। महाराज जी ने सारे दोष गिन के ਜਦੋਂ विद्यावान लोगों ਨੂੰ ਨਿਰੁੱਤਰ ਕਰ ਦਿੱਤਾ, ਤਦੋਂ ਉਹਨਾਂ ਨੇ ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਹੁਣ ਚਰਚਾ ਦੇ ਵਿੱਚ ਹਾਰ ਗਏ, ਅਸੀਂ ਤੁਹਾਡੇ ਅੱਗੇ ਨਿਰੁੱਤਰ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਤਾਂ ਮਨ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਧਰਤੀ ਦੇ ਥੱਲੇ ਕੋਈ ਬਲਦ ਖੜਾ ਅਤੇ ਉਹਦੇ ਥੱਲੇ ਫੇਰ ਧਰਤੀ, ਫੇਰ ਬਲਦ, ਫੇਰ ਧਰਤੀ, ਫੇਰ ਬਲਦ। ਇਹ ਕੋਈ ਚੱਕਰ ਨਹੀਂ ਹੈ, ਤੁਸੀਂ ਐਵੇਂ ਲੋਕਾਂ ਨੂੰ ਭੁਲੇਖੇ 'ਚ ਪਾਈ ਜਾਂਦੇ ਹੋ। ਅਸਲ ਵਿੱਚ ਧਰਤੀ ਨੂੰ ਆਸਰਾ ਦਿੰਦਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸੰਖ ਕਹਿ ਹੈ ਸਿਰ ਭਾਰ ਹੋਏ, ਦੋ ਹਾਹੇ ਵੀ ਬੋਲਣੇ ਨੇ, ਕਹਿ ਹੈ। ਹੁਣ ਐਸੇ ਵੀ ਲੋਕ ਨੇ, ਇੱਕ ਮਹਾਤਮਾ ਰੱਬ ਦੇ ਪਿਆਰੇ ਜੰਗਲਾਂ ਦੇ ਵਿੱਚ ਜੋ ਸਿਰ ਦੇ ਭਾਰ ਹੋ ਕੇ, ਸਿਰ ਪਰਨੇ ਹੋ ਕੇ ਪ੍ਰਮਾਤਮਾ ਦਾ ਨਾਮ ਕਹਿੰਦੇ ਨੇ, ਅਸੰਖ ਨਾਮ ਜਪਦੇ ਨੇ। ਅਸੰਖ ਹੀ ਮਹਾਤਮਾ ਨੇ, ਸ਼ਰਧਾ ਭਾਵਨਾ ਨਾਲ ਪ੍ਰਮਾਤਮਾ ਦਾ ਨਾਮ ਕਹਿੰਦੇ ਨੇ। ਉਹਨਾਂ ਦੇ ਸਿਰਾਂ ਦੇ ਉੱਤੇ ਜੋ ਪਾਪਾਂ ਦਾ ਭਾਰ ਸੀ, ਉਹ ਸਿਰੇ ਕਹੀਏ ਲਾਂਭੀ ਹੋ ਜਾਂਦਾ, ਭਾਰ ਪਾਸੇ ਹੋ ਜਾਂਦਾ ਨਾਮ ਜਪਣ ਦੇ ਨਾਲ। ਕਈ ਮਹਾਤਮਾ ਸਿਰ ਭਾਰ, ਜਿਵੇਂ ਕਹਿੰਦੇ ਨਾ, ਸਿਰ ਭਾਰ ਹੋ ਕੇ ਨਾਮ ਜਪਿਆ, ਕਪਾਲੀ ਆਸਣ ਲਾ ਕੇ ਅਣਗਿਣਤ ਪ੍ਰਮਾਤਮਾ ਦਾ ਨਾਮ ਜਪਦੇ ਨੇ। ਜਪਣ ਦਾ ਤਰੀਕਾ ਹੈ ਕਿ ਉਹ ਗ੍ਰਸਤੀਆਂ ਲਈ ਤਾਂ ਬੜਾ ਸੌਖਾ ਜਿਹਾ ਸਾਧਨ ਦੱਸਿਆ। ਗ੍ਰਸਤੀ ਨੇ ਆਪਣੀ ਕਿਰਤ ਕਰਨੀ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ। ਗ੍ਰਸਤੀ ਦੀ ਗੱਲ ਹੋਰ ਹੈ, ਪਰ ਸਾਧੂ ਦੀ ਗੱਲ ਹੋਰ ਹੈ, ਸੰਤ ਦੀ ਗੱਲ ਹੋਰ ਹੈ। ਬਿਹੰਗਮ ਜਿਹਨੇ ਨਾਲ ਵਿਕਾਰਾਂ ਤੇ ਵੀ ਕਾਬੂ ਪਾਉਣਾ। ਤੇ ਇਸ ਕਰਕੇ ਵਿਕਾਰਾਂ ਤੇ ਕਾਬੂ ਪਾਉਣ ਲਈ ਸਰੀਰਕ ਤੌਰ ਦੇ ਉੱਤੇ ਵੀ ਉਹਨੂੰ ਆਪਣੇ ਆਪ ਤੇ ਕੰਟਰੋਲ ਰੱਖਣ ਲਈ ਇੰਨੀਆਂ ਚੀਜ਼ਾਂ, ਜਿਵੇਂ ਕਿ ਭਗਤੀ ਕਰਦਿਆਂ ਹੋਇਆਂ ਸਰੀਰਕ ਤੌਰ ਤੇ ਵੀ ਕਰਮ ਕਰਨਾ ਪੈਂਦਾ। ਆਪਣੀ ਆਪਣੀ ਮਰਜ਼ੀ ਹੈ ਇਨਸਾਨ ਦੀ। ਸੋ ਇਸ ਤਰ੍ਹਾਂ ਕਹਿਣ ਲੱਗੇ ਸਿੱਧ ਕਿ ਮਹਾਰਾਜ ਇਹ ਜੀਵ ਸੁਤੰਤਰ ਹੈ ਕਿ ਜਾਂ ਅਧੀਨ ਹੈ ਕਿਸੇ ਦੇ। ਜੇ ਸੁਤੰਤਰ ਹੈ ਤਾਂ ਦੁਖੀ ਕਿਉਂ ਹੁੰਦਾ, ਜੇ ਅਧੀਨ ਹੈ, ਪਤੰਤਰ ਅਧੀਨ ਨੂੰ ਕਹਿੰਦੇ, ਅਧੀਨ ਹੈ, ਤਾਂ ਫਿਰ ਇਹ ਜੀਵ ਜਿਹੜਾ ਹੈ ਇਹ ਕਿਸ ਦੇ ਅਧੀਨ ਹੈ, ਇਹ ਦੱਸੋ ਕਿਰਪਾ ਕਰਕੇ। ਮਹਾਰਾਜ ਕਹਿੰਦੇ ਅਸਲ ਵਿੱਚ ਜੀਵ ਜਿਹੜਾ ਨਾ ਮਸਤਕ ਤੇ ਲਿਖੇ ਹੋਏ ਲੇਖਾਂ ਦੇ ਅਧੀਨ ਹੀ ਚੱਲਦਾ। ਸੁਤੰਤਰ ਹੈ ਜੀਵ ਕਰਮ ਕਰਨ ਨੂੰ। ਕਰਮ ਕਰਨ ਨੂੰ ਤੁਸੀਂ ਜਿੰਨੀ ਤੇਜ਼ ਮਰਜ਼ੀ ਗੱਡੀ ਭਜਾਓ ਸੜਕ ਤੇ, ਤੁਹਾਨੂੰ ਕੋਈ ਨਹੀਂ ਰੋਕਦਾ। ਪਰ ਜਦੋਂ ਸਪੀਡ ਤੋਂ ਵੱਧ ਗਿਆ ਕੰਮ, ਫਿਰ ਉਸੇ ਵਕਤ ਪਤੰਤਰ ਭਾਵ ਅਧੀਨ ਹੋਣਾ ਪੈਂਦਾ, ਟਿਕਟ ਕੱਟੀ ਜਾਣੀ ਉੱਥੇ। ਇਸੇ ਤਰ੍ਹਾਂ ਹੀ ਕੋਈ ਕੰਮ ਕਰੋ, ਮਾੜਾ ਚੰਗਾ, ਉਹਦੇ 'ਚ ਤਾਂ ਆਜ਼ਾਦੀ ਹੈ, ਕੋਈ ਬਾਂਹ ਨਹੀਂ ਫੜਦਾ ਕਿ ਮਾੜੇ ਕੰਮ ਕਰਨ ਵਾਲੇ ਦੀ। ਪਰ ਮਹਾਰਾਜ ਕਹਿੰਦੇ ਲੇਖ ਲਿਖਿਆ ਜਾਂਦਾ ਉਸੇ ਵਕਤ। ਲੇਖ ਲਿਖਣ ਵਾਲੀ ਸ਼ਕਤੀ ਅਕਾਲ ਪੁਰਖ ਦੀ ਗੁਪਤ ਹੈ। ਗੁਰਬਾਣੀ ਦੇ ਅੰਦਰ ਉਹਨਾਂ ਦਾ ਜ਼ਿਕਰ ਆਉਂਦਾ, ਚਿੱਤਰ ਗੁਪਤ। ਬਹੁਤ ਸੂਖਮ ਚੀਜ਼ਾਂ ਨੇ ਜਿਹੜੀਆਂ ਚਿੱਤਰ ਸੱਜੇ ਪਾਸੇ ਮੋਢੇ ਤੇ ਬੈਠ ਕੇ ਦਿਨ ਦੇ ਸਾਰੇ ਕੰਮ ਲਿਖਦਾ, ਖੱਬੇ ਪਾਸੇ ਗੁਪਤ ਬੈਠਦਾ, ਰਾਤ ਦੇ ਸਾਰੇ ਕੰਮ ਲਿਖੀ ਜਾਂਦਾ। ਸੋ ਇਸ ਕਰਕੇ ਹਰ ਇੱਕ ਚੀਜ਼ ਸਾਡੀ ਨੋਟ ਹੁੰਦੀ, ਹਰੇਕ ਗੱਲ ਸਾਡੀ ਕੈਮਰੇ ਵਿੱਚ। ਪਰਮਾਤਮਾ ਜਾਣੀ ਜਾਣ ਨੇ ਸਭ ਸਾਡੇ ਹਰੇਕ ਚੀਜ਼ ਨੂੰ ਵਾਹਿਗੁਰੂ ਨੋਟ ਕਰਦੇ ਨੇ। ਭਾਵੇਂ ਆਪਾਂ ਕਹੀਏ ਕਿ ਆਹ ਗੱਲ ਮੇਰੀ ਕਿਸੇ ਨੂੰ ਨਹੀਂ ਪਤਾ, ਕਿਸੇ ਨੇ ਨਹੀਂ ਦੇਖਿਆ ਮੈਨੂੰ ਆਹ ਕਰਮ ਕਰਦੇ ਨੂੰ। ਮਹਾਰਾਜ ਕਹਿੰਦੇ ਨੇ ਅੰਦਰ ਬਹਿ ਕੇ ਪਾਪ ਕਮਾਵੇ ਸੋ ਚੌਂ ਕੁੰਡੀ ਜਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਘਟ ਘਟ ਕੇ ਪਟ ਪਟ ਕੀ ਜਾਣੈ। ਦਿਲਾਂ ਦੇ ਅੰਦਰ ਜਿਹੜੇ ਪਰਦੇ ਦੇ ਅੰਦਰ ਤਲਹੀਲ ਅੱਖਰ ਹੈ ਗੁਰਬਾਣੀ ਦਾ, ਡੂੰਘਾਈ ਵਿੱਚ ਪਰਦੇ 'ਚ ਇੱਕ ਗੁਪਤ ਗੱਲਾਂ ਜਿੱਥੇ ਸੰਸਕਾਰ ਵਸਦੇ ਨੇ। ਜ਼ਿੰਦਗੀ ਵਿੱਚ ਸਾਰੀਆਂ ਗੱਲਾਂ ਆਪਣੀਆਂ ਸਾਰਿਆਂ ਨੂੰ ਨਹੀਂ ਪਤਾ। ਅੰਦਰ ਸੰਸਕਾਰਾਂ ਵਾਲੇ ਥਾਂ ਤੇ ਨਿਗਾਹ ਮਾਰੀਏ। ਜਿੰਨੇ ਜ਼ਿੰਦਗੀ 'ਚ ਗੁਨਾਹ ਆਪਾਂ ਕੀਤੇ ਨੇ, ਲੁਕਵੇਂ ਵੀ ਕੀਤੇ ਨੇ। ਆਪਣੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਉੱਥੇ ਸਾਰੇ ਆਪਾਂ ਨੂੰ ਤਾਂ ਪਤਾ ਹੀ ਹੈ ਵੀ ਆਪਾਂ ਕੀ ਕੀ ਕੀਤਾ ਅੱਜ ਤੱਕ। ਜਿਹੜੇ ਉਸ ਥਾਂ ਦੇ ਉੱਤੇ ਜਿੱਥੇ ਸਾਰੇ ਗੁਨਾਹਾਂ ਨੂੰ ਆਪਾਂ ਦੇਖਦੇ ਹਾਂ, ਤਲਹੀਲ ਸੰਸਕਾਰਾਂ ਵਾਲਾ ਥਾਂ, ਵਾਹਿਗੁਰੂ ਦੀ ਜੋਤ ਹੀ ਉੱਥੇ ਹੈ ਅਸਲ ਵਿੱਚ।
ਤੇ ਉਹਦੇ ਉੱਤੇ ਛੁਪਾ ਕਿਵੇਂ ਲੈਣਾ ਆਪਾਂ ਨੇ, ਆਪਣਾ ਗੁਨਾਹ ਕਿਵੇਂ ਛੁਪਾ ਲੈਣਾ। ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ, ਕਿਉਂਕਿ ਜੋ ਮੈਂ ਬੋਲ ਰਿਹਾ ਇਹ ਅੰਦਰੋਂ ਜੋਤ ਹੀ ਤਾਂ ਬੋਲਦੀ ਹੈ, ਜੋ ਤੁਸੀਂ ਸੁਣ ਰਹੇ ਹੋ ਜੋਤ ਹੀ ਤਾਂ ਸੁਣ ਰਹੀ। ਜੋ ਕਰਮ ਕਰਦੇ ਆ ਨੇਤਰੋ ਮੇਰੋ ਹਰ ਤੁਮ ਮੈਂ ਜੋਤ ਧਰੀ ਇੱਕ, ਇਹ ਸਰੀਰਾ ਮੇਰੇ ਹਰ ਤੁਮ ਮੈਂ ਜੋਤ ਰੱਖੀ। ਇਹ ਸਰੀਰ ਵਿੱਚ ਵੀ ਜੋਤ ਹੈ, ਨੇਤਰਾਂ ਵਿੱਚ ਵੀ ਜੋਤ ਹੈ, ਦਿਮਾਗ ਵਿੱਚ ਵੀ ਇੱਕ ਜੋਤ ਕਰਮ ਕਰਦੀ ਹੈ। ਇਹ ਸਾਇੰਸਦਾਨਾਂ ਨੇ ਖੋਜ ਕਰ ਲਈ ਇਸ ਗੱਲ ਦੀ। ਇੱਕ ਜੋਤ ਸਾਡੀ ਦਿਲ ਵਿੱਚ ਹੈ ਜਿਹੜੀ ਦਿਲ ਨੂੰ ਚਲਾਉਂਦੀ ਹੈ। ਇੱਕ ਜਿੱਥੇ ਰੋਟੀ ਖਾ ਕੇ ਜਾ ਕੇ ਹਜਮ ਹੁੰਦੀ, ਇੱਕ ਜੋਤ ਇੱਥੇ ਹੈ ਜਿਹੜੀ ਰੋਟੀ ਨਹੀਂ ਹਜਮ ਕਰਦੀ। ਇਹ ਸਾਰੀ ਜੋਤ ਪ੍ਰਮਾਤਮਾ ਨੇ ਰੱਖੀ, ਜਿਸ ਜੋਤ ਦੇ ਅਧੀਨ ਸਾਡਾ ਸਰੀਰ ਚੱਲਦਾ ਹੈ। ਪਰ ਕਿਉਂਕਿ ਮਨੁੱਖ ਨੇ ਹਮੇਸ਼ਾ ਬਾਹਰ ਪਾਸੇ ਹੀ ਦੇਖਿਆ, ਅੱਜ ਤੱਕ ਅੰਦਰ ਸਰੀਰ ਵੱਲ ਨਹੀਂ ਦੇਖਿਆ। ਜਦੋਂ ਤੱਕ ਬਿਰਤੀ ਸਾਡੀ ਬਾਹਰ ਨੂੰ ਦੇਖਦੀ ਹੈ ਉਦੋਂ ਤੱਕ ਆਪਾਂ ਅੰਦਰ ਨਹੀਂ ਮੁੜਦੇ। ਕੋਸ਼ਿਸ਼ ਤਾਂ ਇਹ ਕਿ ਅੰਦਰ ਨੂੰ ਮੁੜਨ ਦਾ ਯਤਨ ਕਰੀਏ। ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਪਰਦੇਸੀ ਮਨ ਬਾਹਰ ਨੂੰ ਰਹਿੰਦਾ ਹਮੇਸ਼ਾ। ਜਿਉਂ ਬਾਲਕ ਜਨਮ ਲਿਆ, ਥੋੜਾ ਜਿਹਾ ਵੱਡਾ ਹੋਇਆ, ਘਰ ਦੇ ਕਿਸੇ ਵਡੇਰੇ ਨੇ ਬਾਹਰ ਨੂੰ ਦਿਖਾਇਆ ਸੜਕ ਤੇ ਕਾਰਾਂ ਚੱਲਦੀਆਂ, ਉਹ ਦੇਖਦਿਆਂ ਹੌਲੀ ਹੌਲੀ ਉਹਨੂੰ ਗਲੀ 'ਚ ਘੁਮਾਉਣ ਲੈ ਗਿਆ। ਹੁਣ ਬਾਲਕ ਛੋਟੀ ਜਿਹੀ ਉਂਗਲ ਕਰਕੇ ਆਪਣੇ ਦਾਦੇ ਨੂੰ ਨਾਨੇ ਨੂੰ ਕਹਿੰਦਾ, ਉਹ ਕਰਦਾ ਬਾਹਰ ਨੂੰ ਜਾਣਾ, ਕਹਿੰਦਾ ਚੱਲ ਬਾਹਰ। ਹੋਰ ਥੋੜਾ ਵੱਡਾ ਹੋਇਆ, ਉੱਥੇ ਗਿਆ, ਫਲਾਣੇ ਥਾਂ ਗਿਆ, ਫਿਰ ਉਹਦੀ ਸੈਰ ਕੀਤੀ ਫਲਾਣੇ ਥਾਂ 'ਚ, ਉੱਥੇ ਸਮੁੰਦਰ ਆ ਉਹ ਦੇਖ ਆਂਦਾ, ਫਿਰ ਉੱਥੇ ਫੁੱਲਾਂ ਦੀਆਂ ਘਾਟੀਆਂ ਦੇਖ ਲਈਆਂ, ਅੱਗੇ ਫਿਰ ਬਾਹਰਲੇ ਦੇਸ਼ਾਂ ਨਿਕਲਿਆ। ਜਦੋਂ ਬਾਹਰ ਆਇਆ ਸਾਰਾ ਕੁਝ ਦੇਖ ਦਿਖਾ ਕੇ 70 ਸਾਲ ਦਾ ਹੋ ਕੇ ਕਹਿੰਦਾ ਕੁਛ ਨਹੀਂ ਹੈ ਦੁਨੀਆ 'ਚ। ਮਹਾਰਾਜ ਕਹਿੰਦੇ ਮੈਂ ਤੈਨੂੰ ਛੋਟੇ ਜਿਹੇ ਹੁੰਦੇ ਨੂੰ ਕਿਹਾ ਸੀ ਇਹ ਵੀ ਕੁਛ ਨਹੀਂ ਹੈ, ਤੂੰ ਮੇਰੀ ਗੱਲ ਸੁਣੀ ਨਹੀਂ ਉਦੋਂ। ਹੁਣ ਸਵਾਸ ਮੁੱਕ ਗਏ, ਜ਼ਿੰਦਗੀ ਖਤਮ ਹੋ ਗਈ, ਐਂਡ ਦੇ ਸਮੇਂ ਤੇ ਤੂੰ ਵੀ ਕਹੀ ਜਾਂਦਾ ਕੁਛ ਨਹੀਂ, ਹੁਣ ਤਾਂ ਤੂੰ ਕਰ ਹੀ ਨਹੀਂ ਕੁਛ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਨੁੱਖ ਤੂੰ ਬਾਹਰ ਨੂੰ ਜਾਣ ਦੀ ਬਜਾਏ ਅੰਦਰ ਨੂੰ ਜਾਣਾ ਸ਼ੁਰੂ ਕਰ ਦਵੇਂ ਨਾ, ਅਤੇ ਅੰਦਰ ਦੇਖ ਸਾਡੇ ਕੀ ਕੁਛ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਭਾਵੈ। ਸਾਇੰਸਦਾਨ ਇੰਨੀ ਜ਼ੋਰ ਲਾ ਕੇ ਮੰਗਲ ਤਾਰੇ ਤੇ ਗਏ, ਸੂਰਜ ਤੇ ਕੋਈ ਜਾ ਸਕਦਾ? ਕੋਈ ਨਹੀਂ ਜਾ ਸਕਦਾ, ਕਿਉਂਕਿ ਸੂਰਜ ਤੋਂ ਜਦੋਂ ਇੱਥੋਂ 50,000 ਕਿਲੋਮੀਟਰ ਲੱਖ ਕਿਲੋਮੀਟਰ ਰਾਕਟ ਉਸ ਪਾਸੇ ਨੂੰ ਹੋਇਆ, ਜਾਂ ਚਲੋ ਉਸ ਤੋਂ ਜ਼ਿਆਦਾ ਵੀ ਚਲਿਆ ਗਿਆ, ਕਈ ਵਾਰ ਭੇਜਿਆ, ਸੜ ਕੇ ਸੁਆਹ ਹੋ ਕੇ ਥੱਲੇ ਡਿੱਗ ਪੈਂਦਾ। ਪਰ ਕੀ ਤੁਸੀਂ ਜਾਣਦੇ ਕਿ ਰੱਬ ਦੇ ਪਿਆਰੇ ਸੂਰਜ ਨੂੰ ਸਾਹਮਣੇ ਖੜਾ ਕਰ ਲੈਂਦੇ ਨੇ? ਕਿਉਂਕਿ ਸੂਰਜ ਗੁਰਮੁਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਨਹੀਂ ਸਾੜਦਾ। ਪਰ ਇਹ ਗੱਲ ਹੈ ਬਹੁਤ ਉਚੇਰੀ ਵੱਡੀ, ਜਿੱਥੋਂ ਬੁੱਧੀ ਸਾਡੀ ਜਵਾਬ ਦੇ ਜਾਂਦੀ ਵੀ ਇਹ ਗੱਲ ਨਹੀਂ ਹੋ ਸਕਦੀ। ਪਰ ਸੰਗਤ ਵਿੱਚ 2-4 ਬੰਦੇ ਐਸੇ ਬੈਠੇ ਨੇ ਜਿਨ੍ਹਾਂ ਨੇ ਉਹ ਚੀਜ਼ ਨੂੰ ਦੇਖਿਆ। ਇਹ ਨਹੀਂ ਕਿ ਸਾਡੇ 'ਚ ਵਿਦਿਆਰਥੀ ਵੱਡਾ ਨਹੀਂ ਬੈਠਾ, ਕੋਈ PhD ਵਾਲੇ ਹੀ ਬੈਠੇ ਇੱਥੇ, ਜਿਹੜੇ ਹਲੇ ਵਿਚਾਰੇ ਜਿਨ੍ਹਾਂ ਨੇ ਹੁਣ ਨਵਾਂ ਹੀ ਸ਼ੁਰੂ ਕੀਤਾ ਇੱਧਰ ਨੂੰ ਕੰਮ, ਉਹ ਕਹਿਣਗੇ ਇਹ ਕਿੱਦਾਂ ਹੋ ਸਕਦਾ। ਤੁਸੀਂ ਇਹ ਨਹੀਂ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਕਹੋ ਵੀ ਇਹ ਕੀ ਨਹੀਂ ਕਰ ਸਕਦੇ। ਮਹਾਰਾਜ ਸਭ ਕੁਝ ਕਰ ਸਕਦੇ ਆ। ਗੁਰੂ ਨਾਨਕ ਦੇਵ ਜੀ ਨੇ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਨਹੀਂ ਦਿਖਾਇਆ, ਪਾਤਾਲਾ ਪਾਤਾਲ ਲਾਖੇ ਆਗਾਸਾਂ ਆਗਾਸ, ਸਾਰੇ ਹੀ ਘੁਮਾਤਾ ਸੀ ਮਹਾਰਾਜ ਨੇ। ਕਹਿੰਦਾ ਮਹਾਰਾਜ 25 ਸਾਲ ਹੋ ਗਏ ਆਇਆ ਨੂੰ, ਮੈਂ ਤਾਂ ਥੱਕ ਗਿਆ। ਕਹਿੰਦੇ ਅੱਛਾ। ਕਹਿੰਦੇ ਅੱਬਾ ਹਜੂਰ ਵੀ ਉਡੀਕਦੇ ਹੋਣੇ ਮੇਰੇ। ਕਹਿੰਦੇ ਚੱਲੀਏ? ਕਹਿੰਦੇ ਹਾਂ ਮਹਾਰਾਜ, ਬਾਟਾ ਵੀ ਹੁਣ ਤਾਂ ਪ੍ਰਸ਼ਾਦ ਦਾ ਭਰ ਗਿਆ। ਜਦੋਂ ਆਏ ਬਾਟਾ ਪ੍ਰਸ਼ਾਦ ਦਾ ਭਰਿਆ ਹੋਇਆ ਲੈ ਕੇ, ਪਿਤਾ ਉਹਦਾ ਕਹਿਣ ਲੱਗਾ ਮੁੜ ਵੀ ਆਏ, ਇਹਨਾਂ 'ਚ ਦੇਖ ਵੀ ਆਏ। ਕਹਿੰਦੇ ਪਿਤਾ ਜੀ ਮੈਨੂੰ ਤਾਂ 2 ਸਾਲ ਹੋ ਗਏ ਗਏ ਨੂੰ। ਉਹ ਕਹਿੰਦੇ ਪੁੱਤ ਹਲੇ ਮਿੰਟ ਤਾਂ ਤੈਨੂੰ 2 ਹੋਏ ਨੇ। ਦੇਖੋ ਇਹਨੂੰ ਕਹਿੰਦੇ ਮਾਇਆ, ਇੱਧਰ ਮਿੰਟ 2 ਹੋਏ ਨੇ, ਉੱਧਰ 2 ਸਾਲ ਦਿਖਾਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੀਵ ਜਿਹੜਾ ਕਰਮ ਕਰਦਾ ਹੈ ਉਹਦੇ ਵਿੱਚ ਸੁਤੰਤਰ ਹੈ, ਪਰ ਕਰਮ ਭੋਗਣ ਨੂੰ ਫਿਰ ਇਹਨੂੰ ਭੋਗਣਾ ਹੀ ਪੈਂਦਾ। ਉਦੋਂ ਪਤੰਤਰ ਹੈ, ਉਦੋਂ ਅਧੀਨ ਹੈ। ਲਿਖੇ ਹੋਏ ਮਸਤਕ ਦੇ ਉੱਤੇ ਅੱਖਰਾਂ ਸਮੇਤ ਗੱਲ ਬਣਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ। ਇਹ ਪੰਕਤੀ ਅੱਗੇ ਚੱਲ ਕੇ ਆਉਂਦੀ ਹੈ। ਮੱਥੇ ਉੱਤੇ ਜਿਸ ਪ੍ਰਮਾਤਮਾ ਨੇ ਸਾਡੇ ਲੇਖ ਲਿਖੇ ਨੇ ਨਾ, ਉਹਦੇ ਮੱਥੇ ਉੱਤੇ ਨਹੀਂ ਲਿਖੇ ਹੋਏ। ਲਿਖਦਾ ਤਾਂ ਲੇਖ ਵਿਧਾਤਾ ਹੀ ਹੈ ਨਾ, ਬ੍ਰਹਮਾ। ਵਾਹਿਗੁਰੂ ਦੇ ਹੁਕਮ ਅਨੁਸਾਰ
पर असल में सतगुरु कहने सारे जीव अखरां दे अधीन ने। मस्तक ते लिखे हुए कर्मां दे अनुसार ही जीव नाम जपदा, अथवा प्रतੱਖ भी अखरां करके ही नाम जपिया जांदा। पहला जे मस्तक ते वाहिगुरू लिखिया कि बंदा वाहिगुरू जपेगा, जदों उहने मस्तक ते लिखिया तां ओही अखर फिर अपनी जुबान ते आउंदा, सतनाम श्री वाहिगुरू साहिब जी, सतनाम श्री वाहिगुरू साहिब जी। हुण तुसीं उही नहीं बोलिया, कई विच इहो ਜਿਹੇ होणगे नहीं बोलिया जिन्हां ने, क्योंकि मस्तक ते नहीं लिखिया। महाराज कहने अखरी नाम, अखरां करके ही नाम जपिया जाता है, तो अखरां करके ही अखरी सालाह, अखरां करके परमात्मा की शलाघा सिफत की जाती है। अखरां नाल लिख के, अखरां राही अगे की कृपा हुंदी, अखरी ज्ञान गीत गुण गाह, अखरां राही कहने ज्ञान हुंदा है। अखर ही तो हम जिहड़े सारे पासे आपां लैके जांदे ने। वास्तव दे विच दुनिया अंदर किसी चीज़ का कोई नाम नहीं, पर मनुख ने उहदा नाम रखिया अपनी समझ जोकरा करन लई। वास्तव जे मैं कहां कि जिहड़ा सेब है इहदा नाम सेब नहीं, ये तो आपां एक वो निशानी वजों इहनूं सेब रख लिया। जिवें क्लास दे विच विद्यार्थी ने उन्हां दा नाम वखरो वखरा है, पर रोल नंबर रख लिया है, 1 2 3, रोल नंबर 5, हाँ जी वो हुण 5 ते ही चल पिया। 9 उहदा होर है, पर 5 ते ही चल पिया। 5 नंबर बोलो तो वह खड़ा हो जाता है, क्योंकि उन्होंने एक नाम फिक्स करता। इस तरह दुनिया ने, संसार ने हरेक चीज का एक एक नाम रख के उसकी डिक्शनरी बनाती और दुनिया में सारे गल फैलाती। वास्तव दे चो जिहड़ा उत्ते है वो जिहड़ा सामने है कहंदे वो की कुछ भी नहीं। हुण उहदा नाम रखिया चंद, चंद्रमा। दुनिया नूं कहता वो जिहड़ा उत्ते है ना चमकदा जिहा, ਉਹਦਾ कोई नाम तो नहीं सी, पर दुनिया ने तो नाम चंद्रमा रखिया, लोगों ने नाम रखिया। वास्तव दे विच जे दुनिया अंदर कोई बालक जन्म लवे ਉਹਦਾ नाम ना रखीए, सारे जने की कहांगे वो आ गया, वो चलिया गया, जां वध तो मुंडा कहांगे कि घर दे नाम नहीं रखिया तेरा नाम, वो काका गल सुन तेरा नाम नहीं रखिया। इस करके परमात्मा दे नाम भी ਉਹਦੀ किरत मुताबक पै गए। कई नाम ਉਹਦੇ किरतम नाम ने, कई नाम ਉਹਦੇ होर तरह ਦੇ ने, कई नाम ਉਹਦੇ होर तरह ਦੇ ने। सो इस करके महाराज कहते ने वाहिगुरू अकाल पुरख नूं अखरां राहीं ही जाणिया जांदा है, अखरां राहीं ही ज्ञान हुंदा है, अखरां करके ही गीतां दा गायन हुंदा है अते अखरां द्वारा ही गुणां दा गाह तो भाव विचार हुंदा है। कोई भी इहो पदार्थ नहीं जिहदा लिखना बोलना पढ़ना अखरां तो बिना हो सके, है सब कुछ शब्द के अधीन ही। हुण वेद शास्त्रां तो लैके जिन्ने भी धार्मिक ग्रंथ ने उन्हां द्वारा परमात्मा का ज्ञान गुणां दी विचार प्राप्त हुंदी, वो सारे अखरां विच ही ने। सो इस करके सतगुरु महाराज कहंदे ने अखरां दे उत्ते चल के ही आपां अगे अगे वधदे हां। कदे इस गल वाल विचार नहीं कीती आपां ने कि अखरां दे उत्ते ही चलदे आपां। हुण भी अखर ही बोल रहे हां, अखर ही समझ रहे हां,